श्री वाहिगुरू जी का खालसा श्री वाहिगुरू जी की फतेह। ਅੱਜ ਮੇਰਾ ਲਾਈਵ ਹੋਣ ਦਾ ਜਿਹੜਾ ਮਕਸਦ ਹੈ, ਇੱਕ ਰਿਪਲਾਈ ਕਹਿ ਲਓ ਜਾਂ ਫਿਰ ਇੱਕ ਆਪਣੇ ਵਿਚਾਰ ਕਹਿ ਲਓ। ਇਹ ਉਹਨਾਂ ਦੇ ਲਈ ਆ ਜਿਹੜੇ ਪਿਛਲੇ ਕੁਝ ਇੱਕ ਦਿਨਾਂ ਤੋਂ ਬੜੇ ਐਕਟਿਵ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾ ਰਹੇ ਨੇ। ਉਹਨਾਂ ਦੇ ਵਿੱਚ ਇੱਕ ਸਿੱਧੇ ਤੌਰ ਤੇ ਜਿਹੜੇ ਨਾਂ ਆਉਂਦੇ ਨੇ, ਉਹ ਚਾਹੇ ਬਲਤੇਜ ਪੰਨੂ ਹੈ, ਚਾਹੇ ਅਮਰਦੀਪ ਗਿੱਲ ਹੈ, ਚਾਹੇ ਉਹ ਜੋਰਾਬਾਈ ਦੀਪ ਸਿੱਧੂ ਹੈ, ਔਰ ਨਾਲ ਹੀ ਇਹਨਾਂ ਦੇ ਇੱਕ ਨਾਮ ਜੁੜਿਆ, ਮੈਂ ਕਹਿ ਸਕਦਾ ਕਿ ਪਰਮਵੀਰ ਬਾਠ ਦਾ ਵੀ। ਨਾਂ ਲੈਣੇ ਤਾਂ ਕਰਕੇ ਜ਼ਰੂਰੀ ਨੇ ਕਿਉਂਕਿ ਬਹੁਤ ਸਾਰੇ ਸਾਡੇ ਸੱਜਣ ਕਹਿ ਦਿੰਦੇ ਕਿ ਤੁਸੀਂ ਨਾਂ ਲੈਣੋਂ ਸ਼ਾਇਦ ਡਰਦੇ ਹੋ ਜਾਂ ਵਟਐਵਰ। ਸੋ ਅਸੀਂ ਇੱਕ ਛੋਟਾ ਜਿਹਾ ਦੇਖੋ, ਜੋ ਪਿਛਲੇ ਦਿਨਾਂ ਨੂੰ ਗਤੀਵਿਧੀਆਂ ਚੱਲੀਆਂ, ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੇ ਜਿਹੜੇ ਆਪਣੇ ਕੇਸ ਸੀਗੇ, ਉਹਦੀ ਜਿਹੜੀ ਪੈਰਵਾਈ ਹੋਈ, ਚਾਹੇ ਉਹ ਕਿਸਾਨ ਆਰਡੀਨੈਂਸਾਂ ਦੀ ਗੱਲ ਹੋਈ, ਸਾਰੇ ਮਸਲੇ ਜਿਹੜੇ ਆ ਉਹਨਾਂ ਦੇ ਉੱਤੇ ਇਹਨਾਂ ਨੇ ਕਾਫੀ ਪਿਛਲੇ ਸਮੇਂ ਤੋਂ ਜਿਹੜਾ ਐਕਟਿਵ ਰੋਲ ਜਿਹੜਾ ਅਦਾ ਕੀਤਾ। ਪਰ ਐਕਟਿਵ ਰੋਲ, ਇੱਕ ਪੋਜ਼ਿਟਿਵਿਟੀ ਇੱਕ ਨੈਗੇਟਿਵਿਟੀ, ਉਹਦੇ ਦੋ ਪੱਖ ਹੁੰਦੇ ਹੈ ਕਿ ਐਕਟਿਵ ਰੋਲ ਅਦਾ ਕਿਵੇਂ ਕੀਤਾ। ਇਹਨਾਂ ਦਾ ਮੋਸਟਲੀ ਜਿਹੜਾ ਐਕਟੀਵਿਟੀ ਜਿਹੜੀ ਸੀਗੀ, ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਵਾਸਤੇ ਇਹਨਾਂ ਨੇ ਜੋ ਵੀ ਆਪਣੀ ਜਿੰਨੀ ਵੀ ਇਹਨਾਂ ਨੇ ਜਿਹੜੀ ਆਪਣੀ ਪਾਵਰ ਯੂਜ਼ ਕੀਤੀ ਸੋਸ਼ਲ ਮੀਡੀਆ ਦੇ, ਉਸ ਦੇ ਵਿੱਚ ਹੀ ਯੂਜ਼ ਕੀਤੀ। ਇਹਨਾਂ ਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਰੂੰਗਾ ਕਿ ਦੇਖੋ, ਜਿਹੜੇ ਕਿਸਾਨ ਆਰਡੀਨੈਂਸ ਨੇ, ਹੁਣ ਬੰਦੇ ਦਾ ਅੰਦਰ ਚੀਜ਼ਾਂ ਸਿਰਫ ਰੱਤ ਨਿਕਲਦਾ ਹੁੰਦਾ, ਇਸ ਤੋਂ ਇਲਾਵਾ ਕੁਝ ਨਹੀਂ ਨਿਕਲਣਾ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿੰਨਾ ਵਾਹ ਪੇਸ਼ ਚੱਲੀ, ਉਹਨਾਂ ਨੇ ਜੋ ਕੁਝ ਵੀ ਕਿਸਾਨ ਜਥੇਬੰਦੀਆਂ ਨੇ ਕਿਹਾ, ਉਹਨਾਂ ਨੇ ਉਹ ਜਿਹੜੇ ਤੱਥ ਸੀਗੇ ਉੱਥੋਂ ਚਿੱਠੀ ਲਿਖਵਾਈ, ਉਹਦਾ ਫਿਰ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਸਾਰਿਆਂ ਦੇ ਸਾਹਮਣੇ ਪੇਸ਼ ਕੀਤੀ। ਫਿਰ ਵੀ ਇਹ ਲੋਕਾਂ ਦੇ ਵੱਲੋਂ ਇਹੀ ਪ੍ਰਚਾਰਿਆ ਜਾਣਾ ਹੈ ਕਿ ਇਹ ਜਿਹੜੇ ਕਿਸਾਨ ਆਰਡੀਨੈਂਸ ਨੇ, ਇਹਦੇ ਆਧਾਰ ਤੇ MSP ਜਿਹੜੀ ਆ ਉਹ ਨਹੀਂ ਰਹੇਗੀ। ਕਿਸਾਨਾਂ ਨੂੰ ਭੜਕਾਉਣਾ ਇਹਨਾਂ ਦਾ ਕੰਮ ਹੈ, ਖਾਸ ਕਰਕੇ ਅਮਰਦੀਪ ਗਿੱਲ ਵਰਗੇ ਰਾਈਟਰ ਜਿਨ੍ਹਾਂ ਦਾ ਪਿਛੋਕੜ ਜਿਹੜਾ ਕਾਮਰੇਡੀ ਹੈ। ਮੈਂ ਪਿੱਛੇ ਜਿਹੇ ਇਹਨਾਂ ਦੀ ਪੋਸਟ ਵੀ ਦੇਖੀ ਸੀ ਕਿ ਕਾਮਰੇਡੀ ਪਰਿਵਾਰ ਨੂੰ ਸੰਬੰਧਿਤ ਨੇ। ਉਸ ਤੋਂ ਜ਼ਿਆਦਾ ਮੈਂ ਪਿੱਛੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਪਿੱਛੇ ਜੇਕਰ ਜਾਂਦੇ ਨੇ, ਬਲਤੇਜ ਪੰਨੂ ਤੇ ਅਮਰਦੀਪ ਗਿੱਲ ਦਾ ਜਿਹੜਾ ਪਿਛੋਕੜ ਹੈ ਉਹ ਤਕਰੀਬਨ ਇੱਕੋ ਜਿਹਾ ਹੀ ਰਿਹਾ ਹੈ। ਸੋ ਉਸ ਤੋਂ ਇਲਾਵਾ ਬਾਈ ਦੀਪ ਸਿੱਧੂ ਦੀ ਗੱਲ ਕਰਦੇ ਹਾਂ, ਹਰ ਉਹ ਆਪਣੀ ਲਿਖਤ ਦੇ ਵਿੱਚ ਬਲਤੇਜ ਪੰਨੂ ਦਾ ਜ਼ਿਕਰ ਕਰਦਾ, ਅਮਰਦੀਪ ਗਿੱਲ ਦਾ ਜ਼ਿਕਰ ਕਰਦਾ। ਉਸ ਤੋਂ ਪਤਾ ਲੱਗਦਾ ਕਿ ਇਹ ਸਾਰਾ ਇੱਕ ਟੋਲਾ ਬਣ ਚੁੱਕਾ, ਗਰੁੱਪ ਬਣ ਚੁੱਕਾ, ਜਿਵੇਂ ਕਿ 2017 ਦੀਆਂ ਚੋਣਾਂ ਦੇ ਵਿੱਚ ਬਣਿਆ ਸੀ ਅਕਾਲੀ ਦਲ ਦੇ ਖਿਲਾਫ। ਹੁਣ ਮੈਂ ਪਹਿਲਾਂ ਗੱਲ ਕਰਦਾ ਸ਼੍ਰੋਮਣੀ ਕਮੇਟੀ ਦੀ। ਸ਼੍ਰੋਮਣੀ ਕਮੇਟੀ ਨੇ ਜੋ ਸੇਵਾ ਜਥੇਦਾਰ ਸਾਹਿਬ ਨੂੰ ਲਾਈ ਸੀ, ਜਥੇਦਾਰ ਸਾਹਿਬ ਨੇ ਕਮੇਟੀ ਗਠਿਤ ਕੀਤੀ, ਉਸ ਤੋਂ ਜੋ ਵੀ ਨਿਕਲਿਆ ਉਹ ਉਹਨਾਂ ਨੇ ਸਾਰੀ ਸੰਗਤ ਦੀ ਕਚਹਿਰੀ ਦੇ ਵਿੱਚ ਰੱਖਿਆ। ਸਾਰੇ ਚੈਨਲਾਂ ਨੇ ਉਹਨਾਂ ਦੀ ਸ਼ਲਾਘਾ ਕੀਤੀ ਕਿ ਹਾਂ ਵੀ ਬੜੇ ਦੇਰ ਬਾਅਦ ਇੱਕ ਅਜਿਹਾ ਸਖਤ ਕਦਮ ਜਿਹੜਾ ਉਹ ਚੁੱਕਿਆ ਗਿਆ। ਹੁਣ ਇਹਨਾਂ ਨੇ ਉਹ, ਕਿਉਂਕਿ ਇਹ ਲੋਕ ਸਵਾਦ ਲੈਣ ਵਾਲੇ ਨੇ, ਇਹਨਾਂ ਨੇ ਮਤਲਬ ਇਹਦਾ ਸਵਾਦ ਨਹੀਂ ਨਿਕਲਿਆ ਉਹਦੇ ਵਿੱਚੋਂ, ਇਹਨਾਂ ਨੇ ਗੱਲ ਸ਼ੁਰੂ ਕਰ ਦਿੱਤੀ ਕਿ ਉਹ ਸਰੂਪ ਗਏ ਕਿੱਥੇ। ਮੈਂ ਇਹਨਾਂ ਤੋਂ ਇੱਕ ਸਵਾਲ ਕਰਦਾ, ਜਿਹੜੇ ਦੇਸ਼ ਦੇ ਵਿੱਚ ਬਲਤੇਜ ਪੰਨੂ ਜਾਂ ਪਰਮਵੀਰ ਬਾਠ ਵਰਗੇ ਪੱਤਰਕਾਰ ਰਹਿੰਦੇ ਨੇ, ਜਤਿੰਦਰ ਪੰਨੂ ਜਿੱਥੇ ਦੇ ਚੈਨਲਾਂ ਉੱਤੇ ਜਾਂਦਾ, ਉੱਥੇ ਘਰ ਦੇ ਵਿੱਚ ਸਰੂਪ ਛਾਪੇ ਗਏ ਔਰ ਉਸ ਸ਼ਖਸ ਵੱਲ 2014 ਦੇ ਵਿੱਚ ਵੀ ਜਿਹੜੀ ਆ ਕੰਟੇਨਰ ਦੇ ਵਿੱਚ ਸਰੂਪਾਂ ਦੀ ਬੇਅਦਬੀ ਕੀਤੀ ਗਈ ਸੀਗੀ। ਪਰ ਇਹਨਾਂ ਦੀ ਤੁਸੀਂ ਵਾਲ ਚੈੱਕ ਕਰ ਲਓ, ਇਹਨਾਂ ਜਾ ਕੇ ਦੇਖੋ, ਤੁਹਾਨੂੰ ਕਿਤੇ ਵੀ ਉਹਦੇ ਖਿਲਾਫ ਇੱਕ ਸ਼ਬਦ ਨਹੀਂ ਮਿਲੇਗਾ। ਇਸ ਤੋਂ ਇੱਕ ਗੱਲ ਤਾਂ ਕਲੀਅਰ ਹੈ ਕਿ ਇਹ ਲੋਕ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਹੀ ਬੋਲ ਕੇ ਆਪਣੇ ਆਪ ਨੂੰ ਪੰਜਾਬ ਹਿਤੈਸ਼ੀ ਜਾਂ ਪੰਥ ਹਿਤੈਸ਼ੀ ਜਿਹੜਾ ਜ਼ਾਹਰ ਕਰਦੇ ਨੇ। ਖਾਸ ਕਰਕੇ ਹੈਰਾਨੀ ਉਦੋਂ ਆਉਂਦੀ ਹੈ ਜਦੋਂ ਇਹ ਕਾਮਰੇਡੀ ਟੋਲਾ ਇਹੋ ਜਿਹੀਆਂ ਹਰਕਤਾਂ ਕਰਦਾ। ਦੂਜੀ ਗੱਲ ਹੈਗੀ ਆ ਆਰਡੀਨੈਂਸ ਦੀ। ਆਰਡੀਨੈਂਸ ਜਿਹੜਾ ਆ ਉਹ ਇੱਥੇ ਇੱਕ ਗੱਲ ਦੱਸਣਯੋਗ ਹੈ ਕਿ ਕੈਪਟਨ ਸਾਹਿਬ 2017 ਤੋਂ ਲਾਗੂ ਕਰ ਚੁੱਕੇ ਆ ਪੰਜਾਬ ਦੇ ਵਿੱਚ, ਔਰ ਉਸ ਦੀ ਜਿਹੜੀ ਕਾਪੀ ਆ ਉਹ ਮੈਂ ਫੇਸਬੁੱਕ ਦੇ ਉੱਤੇ ਪਾਈ ਸੀ, ਦੁਬਾਰਾ ਫੇਰ ਪਾਊਂਗਾ। ਖਾਸ ਕਰਕੇ ਬਾਈ ਅਮਰਦੀਪ ਦੇ ਅੱਗੇ ਸਵਾਲ ਹੈ ਕਿ ਅਮਰਦੀਪ ਜੀ, ਜੇਕਰ ਡਟਣਾ ਨਾ ਮੈਦਾਨ ਦੇ ਵਿੱਚ, ਉਹਨਾਂ ਸਰਕਾਰਾਂ ਦੇ ਖਿਲਾਫ ਵੀ ਡਟੋ ਜਿਨ੍ਹਾਂ ਨੇ ਸੌਹਾਂ ਖਾਧੀਆਂ ਸੀ। ਤੁਹਾਨੂੰ ਲੱਗਦਾ ਕਿ ਬੇਰੁਜ਼ਗਾਰੀ ਖਤਮ ਹੋ ਗਈ? ਇਹ ਸਾਰੇ ਮੁੱਦੇ ਨੇ, ਇਹ ਤੁਹਾਡੇ ਅੱਗੇ ਮੂੰਹ ਅੱਡੀ ਖੜੇ ਨੇ, ਪਰ ਤੁਸੀਂ ਬੋਲਣਾ ਕਿੱਥੇ ਜਿੱਥੇ ਅਕਾਲੀ ਦਲ ਲਾਊਗਾ। ਤੁਸੀਂ ਕਦੀ ਕਾਂਗਰਸ ਦੇ ਖਿਲਾਫ ਬੋਲ ਹੀ ਨਹੀਂ ਸਕਦੇ ਕਿਉਂਕਿ ਕਾਮਰੇਡੀ ਜਮਾਤ ਜਿਹੜੀ ਆ ਉਹ ਕਿਤੇ ਨਾ ਕਿਤੇ ਕਾਂਗਰਸ ਦੀ ਸਕੀ ਜਮਾਤ ਆ। ਕਾਂਗਰਸ ਇਹਨਾਂ ਦੀ ਮਾਂ ਪਾਰਟੀ ਆ। ਇਹ ਐਂਡ ਆਫ ਦਾ ਡੇ ਘੁੰਮ ਘੁਮਾ ਕੇ ਜਿਹੜਾ ਆ ਉਹ ਆਪਣੀ ਇੰਦਰਾ ਮਾਤਾ ਦੀ ਝੋਲੀ ਦੇ ਵਿੱਚ ਹੀ ਪੈਂਦੇ ਆ, ਜਿਹਦਾ ਫਰਜ਼ ਤੁਸੀਂ ਸਾਰੇ ਹੂਬਹੂ ਨਿਭਾ ਰਹੇ ਹੋ। ਜੇਕਰ ਤੁਸੀਂ ਵਾਕਈ ਸੱਚੇ ਹੋ ਨਾ, ਤੇ ਆਰਡੀਨੈਂਸ ਦੀ ਕਾਪੀ ਲਿਆਓ ਜਿਹੜਾ ਕੈਪਟਨ ਨੇ ਪਾਇਆ, ਫਿਰ ਸਵਾਦ ਆਊਗਾ। ਤੁਸੀਂ ਲੋਕਾਂ ਨੂੰ ਦੱਸੋ ਕਿ ਕੈਪਟਨ ਨੇ 2017 ਦੇ ਵਿੱਚ ਕਿਹੜਾ ਆਰਡੀਨੈਂਸ ਪਾਸ ਕੀਤਾ ਸੀਗਾ। ਜੇਕਰ ਵਾਕਈ ਤੁਹਾਡੇ ਵਿੱਚ ਜ਼ਰੂਰਤ ਹੈ ਨਾ, ਤੇ ਉਹ ਆਰਡੀਨੈਂਸ ਦੀ ਕਾਪੀ ਜ਼ਰੂਰ ਲਿਆਓ। ਅਸੀਂ ਵਾਕਈ ਮੰਨਾਂਗੇ ਕਿ ਅਮਰਦੀਪ ਸਿੰਘ ਗਿੱਲ ਦੇ ਵਿੱਚ ਜਾਂ ਫਿਰ ਦੀਪ ਸਿੱਧੂ ਦੇ ਵਿੱਚ ਜਾਂ ਬਲਤੇਜ ਪੰਨੂ ਦੇ ਵਿੱਚ ਇੰਨੀ ਕੀ ਜ਼ਰੂਰਤ ਹੈ ਕਿ ਉਹ ਕੈਪਟਨ ਨੂੰ ਚੈਲੰਜ ਕਰਦਾ। ਜੋ ਕੁਝ, ਜੇਕਰ ਕੈਪਟਨ ਦਾ ਆਰਡੀਨੈਂਸ ਸਹੀ ਹੈ, ਫਿਰ ਕੇਂਦਰ ਦਾ ਗਲਤ ਕਿਵੇਂ ਹੋ ਗਿਆ? ਜੇਕਰ ਕੇਂਦਰ ਦਾ ਸਹੀ ਨਹੀਂ ਹੈ ਤਾਂ ਕੈਪਟਨ ਦਾ ਸਹੀ ਕਿਵੇਂ ਹੋ ਗਿਆ? ਇਹ ਸਵਾਲ ਨੇ। ਕੈਪਟਨ ਦੇ ਆਰਡੀਨੈਂਸ ਦੇ ਵਿੱਚ ਕਲੀਅਰ ਲਿਖਿਆ ਗਿਆ ਕਿ ਅਸੀਂ ਪ੍ਰਾਈਵੇਟ ਮੰਡੀ ਬੋਰਡ, ਪ੍ਰਾਈਵੇਟ ਫੜਾਂ, ਇਹਨਾਂ ਨੂੰ ਮਨਜ਼ੂਰੀ ਦੇਵਾਂਗੇ। ਜੇ ਕੋਈ ਸ਼ਖਸ ਆਪਣੇ ਤੌਰ ਦੇ ਉੱਤੇ ਫੜ ਬਣਾਉਣੀ ਚਾਹੁੰਦਾ ਕਿਤੇ, ਉਸ ਨੂੰ ਜਿਹੜੀ ਆਗਿਆ ਦਿੱਤੀ ਜਾਊਗੀ। ਸੋ ਜਦੋਂ ਪ੍ਰਾਈਵੇਟ ਸਾਰਾ ਕੁਝ ਕਰ ਹੀ ਰਹੇ ਨੇ ਕੈਪਟਨ ਸਾਹਿਬ, ਫਿਰ ਤੁਸੀਂ ਬੋਲਦੇ ਕਿਉਂ ਨਹੀਂ ਹੈਗੇ? ਕੈਪਟਨ ਸਾਹਿਬ ਦੇ ਖਿਲਾਫ ਬੋਲਣ ਤੋਂ ਕਿਉਂ ਝਿਜਕਦੇ ਹੋ? ਆਪਣੀਆਂ ਸਰਕਾਰਾਂ ਦਾ ਤੌਖਲਾ ਕਿਸ ਨੂੰ ਹੁੰਦਾ? ਤੁਹਾਡੀ ਤਾਂ ਘਰ ਦੀ ਸਰਕਾਰ ਆ, ਤੁਸੀਂ ਮੋਤੀਆਂ ਵਾਲਿਆਂ ਦੀ ਪਹਿਰੇਦਾਰ ਹੋ।
ਮੋਤੀਆਂ ਵਾਲਿਆਂ ਨਹੀਂ ਛੱਡੇ ਹੋਏ ਹੋ। ਸੋ ਕਿਤੇ ਨਾ ਕਿਤੇ ਤੁਹਾਨੂੰ ਇਹ ਡਰ ਮਾਰਦਾ ਕਿ ਸਾਡੀ ਮੋਤੀਆਂ ਵਾਲੀ ਸਰਕਾਰ ਗੁੱਸੇ ਨਾ ਹੋ ਜੇ। ਦੂਜੀ ਗੱਲ ਦੀਪ ਸਿੱਧੂ ਦੀ, ਬਾਈ ਤੂੰ ਉਹੀ ਹੈ ਨਾ ਜਿਹੜਾ ਸਨੀ ਦਿਓਲ ਦੀ ਵੋਟਾਂ ਮੰਗਦਾ ਸੀ। ਕੀ ਤੂੰ ਉਸ ਸਮੇਂ ਦੁੱਧ ਚੁੰਗਦਾ ਜਵਾਕ ਸੀਗਾ ਕਿ ਤੈਨੂੰ ਪਤਾ ਨਹੀਂ ਸੀਗਾ ਕਿ ਕੇਂਦਰ ਦੀਆਂ ਨੀਤੀਆਂ ਕੀ ਹੁੰਦੀਆਂ ਨੇ? ਕੀ ਤੈਨੂੰ ਉਸ ਸਮੇਂ ਨਹੀਂ ਸੀ ਪਤਾ? ਤੂੰ ਅੱਜ ਤੱਕ ਸਨੀ ਦਿਓਲ ਦੇ ਖਿਲਾਫ ਕਿੰਨਾ ਕੁ ਬੋਲਿਆ? ਕੀ ਉਹ ਆਰਡੀਨੈਂਸ ਦੇ ਖਿਲਾਫ ਹੈ ਸਨੀ? ਤੂੰ ਕਦੀ ਲੋਕਾਂ ਨੂੰ ਇਹ ਗੱਲ ਜ਼ਾਹਰ ਕੀਤੀ ਕਿ ਜਿਹੜੇ ਬੰਦੇ ਲਈ ਤੂੰ ਇਲੈਕਸ਼ਨ ਲੜੀ ਆ, ਜਿਹਦੇ ਕੋਲੋਂ ਵੋਟਾਂ ਮੰਗੀਆਂ ਨੇ, ਜਿਹਦੇ ਲਈ ਗੁਰਦਾਸਪੁਰ ਦੇ ਲੋਕਾਂ ਤੋਂ, ਉਸ ਬੰਦੇ ਦਾ ਕੀ ਕਹਿਣਾ ਹੈ ਆਰਡੀਨੈਂਸ ਲਈ? ਜੇਕਰ ਜੁਰਤ ਰੱਖਦਾ ਤਾਂ ਸਨੀ ਦਿਓਲ ਨੂੰ ਪੁੱਛ। ਉਸ ਤੋਂ ਵੱਡੀ ਗੱਲ, ਤੂੰ ਕਹਿਤਾ ਕਿ ਨਾਗਪੁਰ ਸਰੂਪ ਗਏ। ਤੇਰੇ ਕੋਲ ਕੀ ਸਬੂਤ ਹੈ ਨਾਗਪੁਰ ਸਰੂਪ ਗਿਆ ਦੇ? ਤੇ ਤੁਸੀਂ ਜੋ ਮੂੰਹ ਆਇਆ ਜਥੇਦਾਰ ਸਾਹਿਬ ਦੇ ਖਿਲਾਫ ਬੋਲਿਆ, ਜਥੇਦਾਰ ਨੇ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ। ਤੁਸੀਂ ਜਿਹੜੇ ਦੇਸ਼ਾਂ ਦੇ ਵਿੱਚ ਜਾ ਕੇ ਬਹਿੰਦੇ ਹੋ, ਕਦੇ ਉਹਨਾਂ ਦੇਸ਼ਾਂ ਦੇ ਵਿੱਚ ਹੋਈਆਂ ਬੇਅਦਬੀਆਂ ਦੀ ਗੱਲ ਕੀਤੀ ਹੈ? ਤੁਹਾਡੀਆਂ ਫੇਸਬੁੱਕਾਂ ਰੁਕੇ ਹੋ ਜਾਂਦੀਆਂ ਨੇ। ਜੇਕਰ ਜੁਰਤ ਰੱਖਦੇ ਹੋ ਨਾ ਤਾਂ ਕੈਨੇਡਾ ਦੇ ਵਿੱਚ ਜੋ ਕੁਝ ਹੋਇਆ ਉਹਨੂੰ ਵੀ ਪ੍ਰਕਾਸ਼ਿਤ ਕਰੋ ਆਪਣੀ ਫੇਸਬੁੱਕ ਦੇ ਉੱਤੇ, ਸਵਾਲ ਫੇਰ ਆਊਗਾ। ਪਰ ਨਹੀਂ, ਤੁਸੀਂ ਇੱਕ ਢਾਈ ਟੋਟਰੂ ਇਕੱਠੇ ਹੋ ਕੇ ਅਕਾਲੀ ਦਲ ਦੇ ਖਿਲਾਫ ਹੀ ਚੱਲਣਾ ਹੁੰਦਾ, ਗੱਲ ਹੋਰ ਕੋਈ ਨਹੀਂ ਹੈਗੀ। ਤੁਸੀਂ ਫੇਸਬੁੱਕ ਦੇ ਉੱਤੇ ਇੱਕ ਲਹਿਰ ਖੜੀ ਕਰਨੀ ਚਾਹੁੰਦੀ ਹੋ, ਹੁਣ ਨਹੀਂ ਉਹ ਅਸੀਂ ਖੜੀ ਹੋਣ ਦੇਣੀ। ਇਹ ਤੁਹਾਨੂੰ ਅਸੀਂ ਸਿੱਧਾ ਕਹਿੰਦੇ ਆ। ਤੁਸੀਂ ਫਿਲਮਾਂ ਦੇ ਵਿੱਚ MP ਦੀ ਇਲੈਕਸ਼ਨ ਲੜ ਕੇ MLA ਤਾਂ ਬਣ ਸਕਦੇ ਹੋ, ਅਸਲ ਜ਼ਿੰਦਗੀ ਦੇ ਵਿੱਚ MLA ਨਹੀਂ ਬਣ ਸਕਦੇ। ਜੇਕਰ ਜੁਰਤ ਰੱਖਦੇ ਹੋ ਨਾ ਤਾਂ ਮੌਜੂਦਾ ਸਰਕਾਰਾਂ ਦੇ ਖਿਲਾਫ ਬੋਲੋ, ਜਿਹੜੀ ਪੰਜਾਬ ਦੀ ਸਰਕਾਰ ਆ। ਤੁਹਾਡੇ ਕੋਲ ਇੱਕ ਸ਼ਬਦ ਨਹੀਂ ਸਰਨਾ, ਕਿਉਂਕਿ ਤੁਹਾਡੇ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ, ਘੁੰਗਣੀਆਂ। ਜੇਕਰ ਵਾਕਈ ਜ਼ਰੂਰਤ ਹੋਈ ਨਾ, ਕੈਪਟਨ ਵਾਲਾ ਆਰਡੀਨੈਂਸ ਪਾ ਕੇ ਲੋਕਾਂ ਨੂੰ ਜਾਗਰਿਤ ਕਰੋ, ਜਿਹੜਾ 2017 ਦਾ ਲਾਗੂ ਹੋਇਆ। 2020 ਦੇ ਵਿੱਚ ਤਾਂ ਕੇਂਦਰ ਨੇ ਕੀਤਾ ਨਾ, 2017 'ਚ ਕੈਪਟਨ ਨੇ ਕੀਤਾ ਸੀ। ਹੂ ਬਹੂ ਨਕਲ ਹੈ ਉਹਦੀ। ਜੇਕਰ ਮਾੜੀ ਮੋਟੀ ਵੀ ਤੁਹਾਡੇ 'ਚ ਗਲਤ ਹੈ ਨਾ, ਆ ਕੈਮਰੇ ਦੇ ਮੂਹਰੇ ਬਹਿਣ ਦੀ, ਤੇ ਆਨਲਾਈਨ ਪਿਆ ਆ, ਪੰਜਾਬੀ ਦੇ ਵਿੱਚ ਮੈਂ ਭੇਜ ਦੂੰਗਾ ਤੁਹਾਨੂੰ, ਪਾਓ ਤਾਂ ਫਿਰ ਪਤਾ ਲੱਗੇ। ਲੋਕਾਂ ਨੂੰ ਦੱਸੋ ਕਿ ਕੈਪਟਨ ਨੇ 2017 'ਚ ਕਿਹੜਾ ਆਰਡੀਨੈਂਸ ਲਾਗੂ ਕੀਤਾ ਸੀਗਾ ਤੇ ਕੀ ਉਹਦੇ ਵਿੱਚ ਲਿਖਿਆ ਸੀਗਾ। ਤੁਸੀਂ ਜਦੋਂ ਜੀ ਕੀਤਾ ਮੂੰਹ ਚੱਕ ਕੇ ਅਕਾਲੀ ਦਲ ਦੇ ਖਿਲਾਫ ਬੋਲ ਪਏ। ਇਦਾਂ ਨਹੀਂ ਗੱਲਾਂ ਚੱਲਦੀਆਂ ਹੁੰਦੀਆਂ ਬਾਈ ਜੀ। ਸਵਾਲ ਤੇ ਜਵਾਬ ਹਰ ਇੱਕ ਦਾ ਹੱਕ ਹੈ, ਪਰ ਜਿਹੜੀ ਆਵਾਜ਼ ਬੁਲੰਦ ਕਰਨੀ ਹੈ ਨਾ, ਉਹ ਜਦੋਂ ਇੱਕ ਖਾਸ ਧਿਰ ਦੇ ਖਿਲਾਫ ਰਹਿ ਜਾਵੇ, ਉਹ ਆਵਾਜ਼ ਨਹੀਂ ਰਹਿ ਜਾਂਦੀ, ਉਹ ਇੱਕ ਪੱਖਪਾਤੀ ਰਵੱਈਆ ਹੋ ਜਾਂਦਾ। ਇੰਨੀ ਕੁ ਬੇਨਤੀ ਹੈ, ਦੇਖਾਂਗੇ ਕਿੰਨੀ ਕੁ ਤੁਹਾਡੇ ਵਿੱਚ ਗਲਤ ਹੈ ਤੇ ਕਿੰਨੇ ਕੁ ਤੁਸੀਂ ਕੈਪਟਨ ਦੇ ਆਰਡੀਨੈਂਸ ਫੇਸਬੁੱਕ ਤੇ ਪਾ ਕੇ ਤੇ ਸਵਾਲ ਕਰਦੇ ਹੋ ਕਾਂਗਰਸ ਸਰਕਾਰ ਨੂੰ, ਕਿੰਨੇ ਕੁ ਪੰਜਾਬ ਦੇ ਮੁੱਦੇ ਚੁੱਕਦੇ ਹੋ। ਧੰਨਵਾਦ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।